Hello students, welcome you to the another lecture of electronic instruments and measurement system. Today's lecture is about loading effects. Loading effects means effects of adding an instrument into the system. ਇੱਕ ਇਨਸਟਰੂਮੈਂਟ ਨੂੰ ਸਿਸਟਮ ਦੇ ਵਿੱਚ ਐਡ ਕਰਨ ਦੇ ਨਾਲ ਕੁਝ ਇਫੈਕਟਸ ਪੈਂਦੇ ਨੇ, ਉਹਨਾਂ ਬਾਰੇ ਆਪਾਂ ਪੜਾਂਗੇ। First of all, we will discuss what is loading effect. In ideal situation, in a measurement system is that when an element is used for measurement, the original signal should remain unchanged. This means that original signal should not be distorted in any form by introduction of any element in the measurement system. However, under the critical conditions, it has been found that introduction of any element in a system results in extraction of energy from the system, thereby distorting the original signal. This distortion may take the form of attenuation, reduction in the magnitude, waveform distortion, phase shift, etc. This makes ideal measurements impossible. The incapability of systems to faithfully measure input signal is undistorted form is called as loading effect. ਲੋਡਿੰਗ ਇਫੈਕਟ ਬੇਸਿਕਲੀ ਹੈ ਕੀ? ਪਹਿਲਾਂ ਤਾਂ ਦੇਖੋ, ਲੋਡਿੰਗ ਇਫੈਕਟ ਨਹੀਂ ਹੋਣਾ ਚਾਹੀਦਾ ਇੰਸਟਰੂਮੈਂਟ ਦੇ ਵਿੱਚ, ਠੀਕ ਹੈ, ਕਿਉਂਕਿ ਆਈਡੀਅਲ ਕੇਸ ਦੇ ਵਿੱਚ ਜਦੋਂ ਵੀ ਆਪਾਂ ਕਿਸੇ ਚੀਜ਼ ਨੂੰ ਮੈਜ਼ਰ ਕਰਨ ਵਾਸਤੇ, ਫੋਰ ਐਗਜ਼ਾਮਪਲ ਇੱਕ ਸਰਕਿਟ ਦੇ ਵਿੱਚੋਂ 5 ਐਂਪੀਅਰ ਦਾ ਕਰੰਟ ਫਲੋ ਕਰ ਰਿਹਾ, ਠੀਕ ਹੈ, ਇੱਕ ਸਰਕਿਟ ਦੇ ਵਿੱਚੋਂ 5 ਐਂਪੀਅਰ ਕਰੰਟ ਫਲੋ ਕਰ ਰਿਹਾ, ਆਪਾਂ ਕੀ ਕਰ ਰਹੇ ਹਾਂ, ਉਹਦੇ ਵਿੱਚ ਇੱਕ ਐਮੀਟਰ ਲਗਾ ਰਹੇ ਹਾਂ ਉਹਨੂੰ ਮੈਜ਼ਰ ਕਰਨ ਵਾਸਤੇ, ਕਰੰਟ ਨੂੰ ਮੈਜ਼ਰ ਕਰਨ ਵਾਸਤੇ ਉਹਦੇ ਵਿੱਚ ਇੱਕ ਆਪਾਂ ਕੀ ਲਗਾਤਾ, ਐਮੀਟਰ ਲਗਾਉਣ ਦੇ ਨਾਲ ਰੀਡਿੰਗ ਤਾਂ 5 ਐਂਪੀਅਰ ਹੀ ਆਉਣੀ ਚਾਹੀਦੀ ਹੈ ਨਾ, ਰੀਡਿੰਗ 'ਤੇ ਕੋਈ ਇਫੈਕਟ ਨਹੀਂ ਪੈਣਾ ਚਾਹੀਦਾ ਆਈਡੀਅਲ ਕੇਸ ਦੇ ਵਿੱਚ। ਬਟ ਪ੍ਰੈਕਟੀਕਲ ਕੇਸ ਦੇ ਵਿੱਚ ਇਫੈਕਟ ਪੈਂਦਾ ਕਿਉਂ? ਕਿਉਂਕਿ ਇੱਕ ਸਰਕਿਟ ਦੇ ਵਿੱਚ ਐਮੀਟਰ ਐਡ ਕਰਨ ਨਾਲ ਕੀ ਹੋ ਗਿਆ, ਇੱਕ ਸਰਕਿਟ ਦੇ ਵਿੱਚ ਐਮੀਟਰ ਐਡ ਕਰਨ ਦੇ ਨਾਲ ਕੀ ਹੋ ਗਿਆ, ਉਹਨੇ ਉਹਦੇ ਉੱਪਰ ਕੁਛ ਲੋਡਿੰਗ ਇਫੈਕਟ ਪਾਇਆ। ਕਿਉਂ? ਕਿਉਂਕਿ ਜਦੋਂ ਇੱਕ ਐਮੀਟਰ ਨੇ ਓਪਰੇਟ ਕਰਨਾ ਤਾਂ ਉਹਨੂੰ ਕੁਛ ਆਪਣੇ ਇੰਟਰਨਲ ਓਪਰੇਸ਼ਨਸ ਕਰਨ ਵਾਸਤੇ ਕੀ ਚਾਹੀਦੀ ਹੈ, ਐਕਸਟਰਾ ਐਨਰਜੀ ਚਾਹੀਦੀ ਆ। ਕਿਸੇ ਇੰਸਟਰੂਮੈਂਟ ਨੂੰ ਓਪਰੇਟ ਕਰਨ ਵਾਸਤੇ ਵੀ ਐਨਰਜੀ ਚਾਹੀਦੀ ਆ। ਉਹ ਐਨਰਜੀ ਜਦੋਂ ਕੰਜ਼ਿਊਮ ਕਰੂਗਾ, ਆ ਦੇਖੋ, ਐਕਸਟਰੈਕਸ਼ਨ ਆਫ ਐਨਰਜੀ ਫਰੋਮ ਦਾ ਸਿਸਟਮ। ਕਾਹਦੇ ਵਾਸਤੇ? ਟੂ ਓਪਰੇਟ ਦੈਟ ਇੰਸਟਰੂਮੈਂਟ, ਦੈਟ ਇਜ਼ ਕਾਲਡ ਐਕਸਟਰੈਕਸ਼ਨ ਆਫ ਐਨਰਜੀ। ਕੁਛ ਐਨਰਜੀ ਦੇਖੋ, ਉਹ 5 ਐਂਪੀਅਰ ਕੀ ਇੱਕ ਕਰੰਟ ਆ, ਉਹਦੇ ਵਿੱਚੋਂ ਹੀ ਕੁਛ ਐਨਰਜੀ ਐਕਸਟਰੈਕਟ ਹੋ ਗਈ। ਕਾਹਦੇ ਵਾਸਤੇ? ਇੰਸਟਰੂਮੈਂਟ ਨੂੰ ਓਪਰੇਟ ਕਰਨ ਵਾਸਤੇ, ਠੀਕ ਹੈ। ਇਹ ਤਾਂ ਕੀ ਹੋ ਗਿਆ, ਤਾਂ ਆਪਣੀ ਐਕਚੁਅਲ ਸਿਗਨਲ ਜਿਹੜਾ ਉਹਨੇ ਆਊਟਪੁੱਟ ਦੇ ਉੱਪਰ ਦੇਣਾ ਉਹ ਕੁਛ ਡਿਸਟੋਰਟ ਹੋ ਜਾਊਗਾ, ਕਿਉਂਕਿ ਉਹਨੇ ਕੁਛ ਐਨਰਜੀ ਆਪ ਕੰਜ਼ਿਊਮ ਕਰ ਲਈ, ਇੰਸਟਰੂਮੈਂਟ ਨੇ, ਤਾਂ ਡਿਸਪਲੇ ਤਾਂ 5 ਐਂਪੀਅਰ ਤੋਂ ਘੱਟ ਕਰੇਗਾ ਨਾ, ਠੀਕ ਹੈ। ਇਹ ਤਾਂ ਹੋ ਗਈ ਇੱਕ ਟਾਈਪ ਦੀ ਲੋਡਿੰਗ, ਮਤਲਬ ਕਿ ਸਿਰਫ ਐਨਰਜੀ ਡਿਸਟੋਰਟ ਹੋ ਰਹੀ ਆ। ਕਈ ਵਾਰੀ ਕੀ ਹੁੰਦਾ ਗਾ, ਵੇਵ ਫਾਰਮ ਡਿਸਟੋਰਟ ਹੋ ਜਾਂਦੀ ਆ, ਕਈ ਵਾਰੀ ਫੇਸ ਸ਼ਿਫਟ ਹੋ ਜਾਂਦਾ। ਇਹ ਸਾਰੇ ਇਫੈਕਟਸ ਕਾਹਦੇ ਕਰਕੇ ਹੁੰਦੇ ਨੇ? ਲੋਡਿੰਗ ਇਫੈਕਟ। ਕਿ ਆਪਾਂ ਨੇ ਮੈਜ਼ਰਮੈਂਟ ਕਰਨ ਵਾਸਤੇ ਸਿਗਨਲ ਦੀ ਸਰਕਿਟ ਦੇ ਵਿੱਚ ਕੀ ਲਗਾਇਆ ਸੀ, ਕੋਈ ਇੰਸਟਰੂਮੈਂਟ, ਉਹ ਇੰਸਟਰੂਮੈਂਟ ਨੇ ਕੀ ਕੀਤਾ, ਲੋਡਿੰਗ ਇਫੈਕਟ ਕ੍ਰੀਏਟ ਕਰਤਾ ਸਰਕਿਟ ਦੇ ਵਿੱਚ। ਨਾਓ ਲੋਡਿੰਗ ਇਫੈਕਟ ਅੱਗੇ ਦੋ ਟਾਈਪ ਦਾ ਹੁੰਦਾ। ਲੋਡਿੰਗ ਇਫੈਕਟ ਇਜ਼ ਫਰਦਰ ਆਫ ਟੂ ਟਾਈਪਸ। ਫਸਟ ਇਜ਼ ਲੋਡਿੰਗ ਇਫੈਕਟ ਡਿਊ ਟੂ ਸ਼ੰਟ ਕਨੈਕਟਡ ਇੰਸਟਰੂਮੈਂਟਸ ਐਂਡ ਸੈਕਿੰਡ ਇਜ਼ loading effect due to series connected instruments. First we will discuss the loading effect due to shunt connected instruments. Shunt मतलब parallel, कि ਜਿਹੜੇ ਇੰਸਟਰੂਮੈਂਟ ਜਦੋਂ ਪੈਰਲਲ ਦੇ ਵਿੱਚ ਆਪਾਂ ਕਨੈਕਟ ਕਰਾਂਗੇ, ਦੇਖੋ ਇਹ ਸਰਕਿਟ ਹੈ, ਇਹਦੇ ਪੈਰਲਲ ਦੇ ਵਿੱਚ ਜਦੋਂ ਇੰਸਟਰੂਮੈਂਟ ਕਨੈਕਟ ਹੋਊਗਾ ਤਾਂ ਉਦੋਂ ਜਿਹੜਾ ਲੋਡਿੰਗ ਇਫੈਕਟ ਹੋਊਗਾ ਦੈਟ ਇਜ਼ ਕਾਲਡ ਸ਼ੰਟ ਕਨੈਕਟਡ ਇੰਸਟਰੂਮੈਂਟ ਦੇ ਡਿਊ ਟੂ ਲੋਡਿੰਗ ਇਫੈਕਟ ਹੋ ਗਿਆ, ਠੀਕ ਹੈ। ਇਨ measurement system, voltage measuring devices, displaying and recording instruments like voltmeter, oscilloscopes, strip chart recorders are connected always in parallel to the circuit. ਧਿਆਨ ਨਾਲ ਯਾਦ ਰੱਖਿਓ, ਵੋਲਟਮੀਟਰ, ਓਸੀਲੋਸਕੋਪਸ ਤੇ ਸਟ੍ਰਿਪ ਚਾਰਟਸ ਕੀ ਨੇਗੇ, ਹਮੇਸ਼ਾ ਪੈਰਲਲ ਦੇ ਵਿੱਚ ਜਾਂ ਸ਼ੰਟ ਦੇ ਵਿੱਚ ਕਨੈਕਟਡ ਹੁੰਦੇ ਨੇ। ਇਹ ਇੰਸਟਰੂਮੈਂਟਸ ਦੇ ਵਾਸਤੇ ਜਿਹੜਾ ਕਰਕੇ ਰੀਜ਼ਨ ਕਰਕੇ ਜਿਹੜਾ ਇਫੈਕਟ ਆਉਂਦਾ ਉਹ ਲੋਡਿੰਗ ਇਫੈਕਟ ਕਿਹੜਾ ਹੁੰਦਾ, ਸ਼ੰਟ ਲੋਡਿੰਗ ਇਫੈਕਟ ਜਾਂ ਪੈਰਲਲ ਲੋਡਿੰਗ ਇਫੈਕਟ। For example, this
दिस इज़ द आइडियल केस। देखो, दिस इज़ अ सर्किट whose voltage is to be measured by using this voltmeter, ਆਈਡੀਅਲੀ A ਤੇ B ਟਰਮੀਨਲਸ ਫਿਲਹਾਲ ਕੀ ਨੇ, ਓਪਨ ਸਰਕਿਟ ਨੇ, ਕੋਈ ਵੋਲਟਮੀਟਰ ਆਪਾਂ ਇੱਥੇ ਕਨੈਕਟ ਨਹੀਂ ਕੀਤਾ, ਤਾਂ ਆਊਟਪੁੱਟ ਵੋਲਟੇਜ ਕਿੰਨੀ ਹੋਣੀ ਚਾਹੀਦੀ ਆ, E ਨੋਟ। ਦਿਸ ਇਜ਼ ਆਈਡੀਅਲ ਕੇਸ ਵੈਨ ਨੋ ਇੰਸਟਰੂਮੈਂਟ ਇਜ਼ ਕਨੈਕਟਡ ਇਨ ਦਾ ਸਰਕਿਟ। ਆਈਡੀਅਲ ਕੇਸ ਦੇ ਵਿੱਚ ਦੇਰ ਇਜ਼ ਨੋ ਲੋਡਿੰਗ ਇਫੈਕਟ। ਬਟ ਹੁਣ ਆਪਾਂ ਨੂੰ ਇਹ E ਨੋਟ ਮੈਜ਼ਰ ਕਰਨ ਵਾਸਤੇ ਵੋਲਟਮੀਟਰ ਦਾ ਕਨੈਕਟ ਕਰਨਾ ਪਏਗਾ, ਤਾਂ ਆਪਾਂ ਕੀ ਕਰਾਂਗੇ, ਸੈਕਿੰਡ ਕੇਸ ਦੇ ਵਿੱਚ ਕੀ ਕਰਨਾ ਗਾ, ਵੋਲਟਮੀਟਰ ਹੁਣ ਇੱਥੇ ਕਨੈਕਟ ਕਰਤਾ। ਦਿਸ ਇਜ਼ ਪ੍ਰੈਕਟੀਕਲ ਕੰਡੀਸ਼ਨ ਕਿ ਵੋਲਟੇਜ ਮੈਜ਼ਰ ਕਰਨ ਵਾਸਤੇ ਵੋਲਟਮੀਟਰ ਕਨੈਕਟ ਕਰਨਾ ਪੈਣਾ। ਬਟ ਹੁਣ ਦੇਖੋ, E ਨੋਟ ਵੋਲਟੇਜ ਨਹੀਂ ਆਉਣੀ, ਹੁਣ ਵੋਲਟੇਜ ਕੀ ਆਊਗੀ, EL। ਦਿਸ ਹੈਪਨਸ ਆਫਟਰ ਦਾ ਕਨੈਕਸ਼ਨ ਆਫ ਵੋਲਟਮੀਟਰ। ਕਿਉਂ ਹੋਇਆ ਇਹ, ਕਿਉਂਕਿ ਵੋਲਟਮੀਟਰ ਦਾ ਕੁਛ ਆਪਣਾ ਇੰਟਰਨਲ ਰਜਿਸਟੈਂਸ ਸੀ, ਵੋਲਟਮੀਟਰ ਦਾ ਆਪਣਾ ਇੰਟਰਨਲ ਰਜਿਸਟੈਂਸ ਸੀਗਾ, ਉਹੀ ਵੋਲਟੇਜ ਮੈਜ਼ਰ ਕਰੂਗਾ ਜਿੰਨੀ ਇਸ ਲੋਡ ਰਜਿਸਟੈਂਸ ਦੇ ਅਕਰੋਸ ਅਪੀਅਰ ਹੋਊਗੀ। ਠੀਕ ਹੈ, ਦੇਖੋ ਹੁਣ ਆਊਟਪੁੱਟ ਵੋਲਟੇਜ ਇਹਦੇ ਉੱਪਰ ਲਗਾ ਲਓ, KVL ਲਗਾ ਦਿਓ। ਆਊਟਪੁੱਟ ਵੋਲਟੇਜ ਕਾਹਦੇ ਬਰਾਬਰ ਆਊਗੀ, EL ਇਜ਼ ਇਕੁਅਲ ਟੂ ਟੋਟਲ ਵੋਲਟੇਜ ਦੈਟ ਇਜ਼ E ਨੋਟ ਮਾਈਨਸ IL ਇੰਟੂ Z ਨੋਟ ਇਜ਼ ਇਕੁਅਲ ਟੂ IL ਇੰਟੂ ZL, IL ਇੰਟੂ ZL। ਦਿਸ ਵਿਲ ਬੀ ਦਾ ਨਿਊ ਵੋਲਟੇਜ। ਠੀਕ ਹੈ, ਇਹਨੂੰ ਇਸ ਤਰ੍ਹਾਂ ਵੀ ਐਕਸਪ੍ਰੈਸ ਕਰ ਸਕਦੇ ਹਾਂ, E ਨੋਟ ਕਿਹਦੇ ਬਰਾਬਰ ਕੀ, ਇਸ ਦੇ। ਦੇਖੋ ਆਣੀ ਕੀ ਚਾਹੀਦੀ ਸੀ, E ਨੋਟ, ਪਰ E ਨੋਟ ਤੋਂ ਕੁਛ ਘੱਟ ਆ ਰਹੀ ਆ, E ਨੋਟ ਮਾਈਨਸ ਸਮਥਿੰਗ ਆ ਰਿਹਾ, E ਨੋਟ ਮਾਈਨਸ ਸਮਥਿੰਗ ਹੋ ਗਿਆ। ਦੇਖੋ ਵੋਲਟੇਜ ਐਕਚੁਅਲ ਦੇ ਵਿੱਚ ਵੋਲਟੇਜ ਆਪਣੇ ਕੋਲ ਆਈਡੀਅਲ ਆਉਣੀ ਕੀ ਚਾਹੀਦੀ ਸੀ, E ਨੋਟ, ਬਟ ਆ ਕੀ ਰਹੀ ਹੈ, E ਨੋਟ ਮਾਈਨਸ ਸਮਥਿੰਗ। ਇਹ ਕਿਉਂ ਹੋ ਰਿਹਾ ਮਾਈਨਸ ਸਮਥਿੰਗ, ਡਿਊ ਟੂ ਦਾ ਲੋਡਿੰਗ ਇਫੈਕਟ ਆਫ ਐਡਿੰਗ ਐਨ ਇੰਸਟਰੂਮੈਂਟ into the measurement system। ठीक है, now we will this is mathematical operations, ratio of actual voltage appearing across load to the E naught is equal to IL ZL divided by IL into ZL plus Z naught from this divided by this, that will be this। ठीक है, एक्चुअल वोल्टेज आ कि नहीं रही है, दिस E नॉट डिवाइड बाय समथिंग, मतलब देखो आनी की चाहिए सी E नॉट, बट आ रही है E नॉट डिवाइडेड बाय समथिंग। E मतलब की है, E नॉट नालों कुछ घट आ रही है, क्यों आ रही है, ड्यू टू द लोडिंग इफेक्ट ऑफ एडिंग वोल्टमीटर इनटू द इंस्ट्रूमेंट। बेसिकली देखो लोडिंग इफेक्ट है की आ कि वोल्टमीटर का इंटरनल रजिस्टेंस की कर रहा गा, रीडिंग नू इफेक्ट कर रहा। ठीक है, वोल्टमीटर हमेशा पैरल च कनैक्ट करते हैं, तां करके इनू कहने शंट कनैक्टड इंस्ट्रूमेंट या पैरल कनैक्टड। ये करके जो लोडिंग इफेक्ट होंदा दैट इज कॉल्ड लोडिंग इफेक्ट ड्यू टू शंट कनैक्टड इंस्ट्रूमेंट्स। सेकंड इज लोडिंग इफेक्ट ड्यू टू सीरीज कनैक्टड इंस्ट्रूमेंट्स। सीरीज मतलब दिस कि डायरैक्टली इंस्ट्रूमेंट की आ सीरीज दे विच कनैक्टड आ। देखो एमीटर इज डायरैक्टली कनैक्टड इनटू द सीरीज, ये इत्थे बनया नहीं होया, ZL इत्थे आएगा। ठीक है, एमीटर इज डायरैक्टली कनैक्टड इन सीरीज विद द सर्किट। ऑलवेज ध्यान च रखना, करंट मीटर या कह लो एमीटर इज ऑलवेज कनैक्टड इन सीरीज विद द सर्किट फॉर द परपज ऑफ मेजरमेंट। ठीक है, एक्चुअल दे विच करंट कितना आना चाहिए सी, I नॉट, बट I नॉट आना नहीं, क्यों, क्योंकि जो आप एमीटर कनैक्ट करांगे तो एमीटर का कुछ इंटरनल रजिस्टेंस होएगा दैट इज ZL। ठीक है, एमीटर का कुछ इंटरनल रजिस्टेंस होएगा ZL, वो ZL की करेगा अपने सर्किट नू इफेक्ट करेगा। ठीक है, आइडियल केस इनू नहीं देखना, ये वाले केस में देखो, आइडियल केस दे विच करंट की होना चाहिए सी, I नॉट इज इक्वल टू E नॉट डिवाइडेड बाय Z नॉट, सॉरी E नॉट डिवाइडेड बाय Z नॉट। ठीक है, I नॉट की वैल्यू दिस होनी चाहिए, ये वाली होनी चाहिए सी, बट जो एमीटर कनैक्ट कर रहा तो एमीटर का कुछ इंटरनल रजिस्टेंस आ दैट इज ZL, तो ये सीरीज चो मतलब सीरीज के कनैक्ट हो जाऊगा, तो करंट कितना हो जाएगा हम E नॉट डिवाइडेड बाय ZL प्लस Z नॉट। ठीक है, करंट हूँ घट गया, देखो इत्थे तो सिर्फ एक क्वांटिटी सी डिवीजन के, इत्थे डिवीजन की क्वांटिटी इनक्रीज कर गई तो करंट की कर गया, डिक्रीज कर गया। ठीक है,
However, when we have to measure the current, the ammeter is connected between the terminal A and B. ਇਹ ਤਾਂ ਹੋ ਗਿਆ ਸੀ ਸੌਰੀ, ਆ ਇੱਕ ਕੰਡੀਸ਼ਨ ਆ, ਆਪਾਂ ਉਹਦੇ 'ਚ ਵੀ ਕਰਨੀ ਸੀ ਇਹ, ਬਟ ਇੱਥੇ ਕਰ ਰਹੇ ਹਾਂ। ਦੇਖੋ, ਜੇ ਆਪਾਂ ਚਾਹੁੰਦੇ ਹਾਂ ਕਿ ਆਈ ਐਲ ਅਤੇ ਆਈ ਨੋਟ ਦੀ ਵੈਲਿਊ ਇਕੁਅਲ ਆਵੇ, ਤਾਂ ਜਿਹੜੀ ਆਹ ਜ਼ੈਡ ਐਲ ਬਾਈ ਜ਼ੈਡ ਨੋਟ ਕੁਆਂਟਿਟੀ ਆ, ਧਿਆਨ ਨਾਲ ਦੇਖੋ, ਜੇ ਆਪਾਂ ਚਾਹੁੰਦੇ ਹਾਂ ਆਈ ਐਲ ਦੀ ਕੁਆਂਟਿਟੀ ਆਈ ਨੋਟ ਦੇ ਇਕੁਅਲ ਆਵੇ, ਤਾਂ ਜ਼ੈਡ ਐਲ ਬਾਈ ਜ਼ੈਡ ਨੋਟ ਕੀ ਹੋਣੀ ਚਾਹੀਦੀ ਆ, 0 ਦੇ ਬਰਾਬਰ ਹੋਣੀ ਚਾਹੀਦੀ ਆ। ਇਹ ਚੀਜ਼ ਨੂੰ 0 ਅਪਰੋਚ ਕਰਾਉਣ ਵਾਸਤੇ ਜ਼ੈਡ ਐਲ ਤਾਂ ਹੁਣ ਦੇਖੋ ਕੀ ਆ, ਜ਼ੈਡ ਨੋਟ ਦੀ ਵੈਲਿਊ ਵੈਰੀ ਵੈਰੀ ਗ੍ਰੇਟਰ ਦੈਨ ਹੋਣੀ ਚਾਹੀਦੀ ਹੈ ਜ਼ੈਡ ਐਲ ਤੋਂ। ਜ਼ੈਡ ਨੋਟ ਦੀ ਵੈਲਿਊ ਵੈਰੀ ਵੈਰੀ ਗ੍ਰੇਟਰ ਦੈਨ ਹੋਊਗੀ ਜ਼ੈਡ ਨੋਟ ਤੋਂ, ਤਾਂ ਇਹ ਚੀਜ਼ ਆਈ ਐਲ ਇਕੁਅਲ ਟੂ ਆਈ ਨੋਟ ਹੋ ਜਾਊਗਾ। ਦਿਸ ਇਜ਼ ਆਲ ਅਬਾਊਟ ਯੂਰ ਲੋਡਿੰਗ ਇਫੈਕਟਸ। ਠੀਕ ਹੈ, ਬੇਸਿਕਲੀ ਹੈ ਕਿ ਆਪਾਂ ਰਿਪੀਟ ਕਰ ਲੈਂਦੇ ਹਾਂ ਲੈਕਚਰ ਦੁਬਾਰਾ। ਲੋਡਿੰਗ ਇਫੈਕਟ ਕੀ ਆ ਕਿ ਜਦੋਂ ਵੀ ਕਿਸੇ ਮੈਜ਼ਰਮੈਂਟ ਦੇ ਪਰਪਜ਼ ਵਾਸਤੇ ਆਪਾਂ ਕੋਈ ਇੰਸਟਰੂਮੈਂਟ ਸਰਕਿਟ ਦੇ ਵਿੱਚ ਐਡ ਕਰਦੇ ਹਾਂ, ਪ੍ਰੈਕਟੀਕਲੀ ਕੀ ਕਰਦਾ, ਇਫੈਕਟ ਕਰਦਾ ਰੀਡਿੰਗ ਨੂੰ। ਠੀਕ ਹੈ, ਕਿਉਂ, ਉਹਦੇ ਕੁਛ ਇੰਟਰਨਲ ਐਨਰਜੀ ਕੰਜ਼ਿਊਮ ਕਰਦਾ ਓਪਰੇਟ ਕਰਨ ਵਾਸਤੇ, ਜਾਂ ਕਹਿ ਲਓ ਉਹਦਾ ਕੁਛ ਇੰਟਰਨਲ ਰੈਜ਼ਿਸਟੈਂਸ ਹੁੰਦਾ ਜਿਹੜਾ ਕਿ ਸਰਕਿਟ ਦੀ ਰੀਡਿੰਗ ਨੂੰ ਇਫੈਕਟ ਕਰਦਾ। ਠੀਕ ਹੈ, ਦੋ ਟਾਈਪ ਦਾ ਹੁੰਦਾ, ਸੀਰੀਜ਼ ਅਤੇ ਸ਼ੰਟ। ਸ਼ੰਟ ਕਨੈਕਟਡ ਮਤਲਬ ਪੈਰਲਲ ਕਨੈਕਟਡ, ਪੈਰਲਲ ਕਨੈਕਸ਼ਨ ਨੂੰ ਹੀ ਸ਼ੰਟ ਕਨੈਕਸ਼ਨ ਕਹਿੰਦੇ ਨੇ। ਠੀਕ ਹੈ, ਵੋਲਟਮੀਟਰ ਇਜ਼ ਆਲਵੇਜ਼ ਕਨੈਕਟਡ ਇਨ ਸ਼ੰਟ, ਤਾਂ ਕਹਿ ਸਕਦੇ ਇਹਨੂੰ ਵੋਲਟੇਜ ਵੋਲਟਮੀਟਰ ਕਰਕੇ ਵੀ ਲੋਡਿੰਗ ਇਫੈਕਟ ਜਿਹੜਾ ਹੁੰਦਾ ਉਹ ਵੀ ਕਹਿ ਸਕਦੇ ਇਹਨੂੰ। ਠੀਕ ਹੈ, ਵਿਦਆਊਟ ਕਨੈਕਸ਼ਨ ਆਊਟਪੁੱਟ ਵੋਲਟੇਜ ਈ ਨੋਟ ਆਉਣੀ ਸੀ, ਵਿਦ ਕਨੈਕਸ਼ਨ ਜਦੋਂ ਵੋਲਟਮੀਟਰ ਕਨੈਕਟ ਕਰਤਾ ਪਰ ਮੈਜ਼ਰਮੈਂਟ ਕਰਨ ਵਾਸਤੇ, ਤਾਂ ਵੋਲਟੇਜ ਕਿੰਨੀ ਆ ਰਹੀ ਆ, ਈ ਐਲ ਆ ਰਹੀ ਆ। ਈ ਐਲ ਇਜ਼ ਲੈਸ ਦੈਨ ਈ ਨੋਟ ਬਾਈ 1 ਪਲੱਸ ਜ਼ੈਡ ਨੋਟ ਇੰਟੂ ਜ਼ੈਡ ਐਲ। ਦੇਖੋ ਇੱਥੇ ਦੇਖੋ, ਉੱਥੇ ਕੀ ਸੀ, ਜ਼ੈਡ ਐਲ ਬਾਈ ਸੌਰੀ ਜ਼ੈਡ ਐਲ ਬਾਈ ਜ਼ੈਡ ਨੋਟ, ਇੱਥੇ ਹੈ ਜ਼ੈਡ ਨੋਟ ਬਾਈ ਜ਼ੈਡ ਐਲ। ਇੱਥੇ ਕੀ ਹੈ, ਜ਼ੈਡ ਐਲ ਕੀ ਆ, ਵੈਰੀ ਵੈਰੀ ਸਮੋਲ ਹੋਣਾ ਚਾਹੀਦਾ। ਇੱਥੇ ਕੀ ਹੈ, ਜ਼ੈਡ ਐਲ ਵੈਰੀ ਵੈਰੀ ਲੈਸ ਹੋਣਾ ਚਾਹੀਦਾ, ਸੌਰੀ ਇੱਥੇ ਲੈਸ ਹੋਣਾ ਚਾਹੀਦਾ ਕਰੰਟ ਵਾਲੇ ਦੇ ਵਿੱਚ, ਇੱਥੇ ਕੀ ਹੋਣਾ ਚਾਹੀਦਾ, ਜ਼ਿਆਦਾ ਹੋਣਾ ਚਾਹੀਦਾ, ਤਾਂ ਕਿ ਈ ਐਲ ਦੀ ਵੈਲਿਊ ਈ ਨੋਟ ਦੇ ਬਰਾਬਰ ਆ ਜੇ। ਸੈਕਿੰਡ ਕੀ ਹੈ, ਸੀਰੀਜ਼ ਕਨੈਕਟਡ ਲੋਡਿੰਗ ਇਫੈਕਟ। ਸੀਰੀਜ਼ ਕਨੈਕਟਡ ਲੋਡਿੰਗ ਇਫੈਕਟ ਦੇ ਵਿੱਚ ਕੀ ਆ ਜਾਏਗਾ ਕਿ ਕਰੰਟ ਮੀਟਰ ਇਜ਼ ਐਮੀਟਰ ਇਜ਼ ਆਲਵੇਜ਼ ਕਨੈਕਟਡ ਇਨ ਸੀਰੀਜ਼, ਉਹਦੇ ਕਰਕੇ ਜਿਹੜਾ ਲੋਡਿੰਗ ਇਫੈਕਟ ਹੋ ਰਿਹਾ ਹੈਗਾ ਦੈਟ ਇਜ਼ ਕਾਲਡ ਲੋਡਿੰਗ ਇਫੈਕਟ ਡਿਊ ਟੂ ਸੀਰੀਜ਼ ਕਨੈਕਟਡ ਇੰਸਟਰੂਮੈਂਟਸ। ਪਹਿਲਾਂ ਵਿਦਆਊਟ ਕਨੈਕਸ਼ਨ ਦੇਖ ਲੈਂਦੇ ਹਾਂ ਕਿ ਆਊਟਪੁੱਟ ਕਰੰਟ ਕਿੰਨਾ ਰਿਹਾ, ਆਈ ਨੋਟ। ਵਿਦਆਊਟ ਕਨੈਕਟਿੰਗ ਐਮੀਟਰ ਕਰੰਟ ਕਿੰਨਾ ਰਿਹਾ, ਆਈ ਨੋਟ। ਵਿਦ ਕਨੈਕਟਿੰਗ ਐਮੀਟਰ ਕਰੰਟ ਕਿੰਨਾ ਰਿਹਾ, ਆਈ ਐਲ। ਆਈ ਐਲ ਅਤੇ ਆਈ ਨੋਟ ਦੇ ਵਿੱਚ ਡਿਫਰੈਂਸ ਆ, ਦੇਖੋ ਆਈ ਐਲ ਇਜ਼ ਇਕੁਅਲ ਟੂ ਆਈ ਨੋਟ ਡਿਵਾਈਡਡ ਬਾਈ 1 ਪਲੱਸ ਜ਼ੈਡ ਐਲ ਬਾਈ ਜ਼ੈਡ ਨੋਟ। This is all about the loading effects. For any queries, we will discuss in next lecture. Thank you so much.